अकाल। अजीत वैब टीवी वेख रहे सारे ही दर्शकों का मैं परमजीत कौर सैनी निग्गा स्वागत करती हाँ। तो रोजाना की तरह रूबरू हो चुके हैं प्रोग्राम खबरों के आर पार लैके। अपने दर्शकों को याद करवा दिए कि असीं रोजाना तुहाडे रूबरू हुन्ने आ प्रोग्राम खबरों के आर पार के जरिए। इस प्रोग्राम के विच असीं देश दुनिया दी ताज़ा तरीन खबरों को अपने प्रोग्राम का हिस्सा बनाने आ। सीनियर पत्रकार दे नाल उन्हां खबरों के बाबत विचार चर्चा करते हैं, अपने दर्शकों की राय कमेंट बॉक्स में लैंदे ते कुछ चुनिंदा राय ते विचार नूं अपने प्रोग्राम का हिस्सा बना के उस पर भी विचार चर्चा करते हैं। सो जुड़े रहो साडे नाल कमेंट बॉक्स के राही ते दिंदे रहो अपनी कीमती राय ते विचार तां जो असीं उसनूं अपने अगले प्रोग्राम की अगली कड़ी दे विच हिस्सा बना सकीए। शुरुआत कर लैंदे आ प्रोग्राम की। जिवें कि तुसीं वेख ही रहे हो, मेरे नाल विचार चर्चा के लिए स्टूडियो विच मौजूद ने सीनियर पत्रकार स्वर्ण सिंह टैना जी। सब तो पहले टैना साहब स्वागत है। बहुत मेहरबानी जी। सत श्री अकाल तुहानूं भी ते सारे जिहड़े स्रोते ने दर्शक ने उन्हां नूं भी जी। बिल्कुल टैना साहब, प्रोग्राम की शुरुआत कर लैंदे आ। ਅਸੀਂ सब जानते हैं कि केंद्र के जो खेती कानून है उन्होंने खिलाफ लगातार जो विरोध प्रदर्शन है पंजाब दे विच हो रहा है। किसान जथेबंदियां भी पिछे हटदियां नज़र नहीं आ रही ते केंद्र सरकार भी झुकदी हुई नज़र नहीं आ रही। हालात कुछ अजिहे हो चुके हैं कि विच कैप्टन सरकार नूं अपनी भूमिका निभाउणी पई है। खास मते भी विधान सभा सैशन दे विच पास किए गए हैं खेती कानूनों के विरोध दे विच। इस दे विच जो कैप्टन साहब है उन्होंने वल्लों अपील की गई सी कि जो किसानों के वल्लों रेल रोको अंदोलन चलाया गया है इस दे इसनूं जां तां चक दिता जाए। पर किसान जथेबंदियां ने जो बैठक करके फैसला लिया है कि रेल रोको अंदोलन खत्म नहीं होएगा पर माल गड्डियां नूं दी आवाजाही चालू कर दी जाएगी, जिस दे चलदियां जो पटड़ियां दे उपरों धरने चक्के गए ने। पहली गल कि तुसीं इस फैसले नूं किंज वेखदे हो? देखो, पहली गल तां परम जी ये हैगी आ कि किसान जथेबंदियां लगातार एकजुट हैगीਆਂ। किसानां ने ये गल कही सी 3 दिन पहलां जदों चंडीगढ़ दे विच किसान भवन च मीटिंग कीती आ जी। ਉਹ ਕਹਿੰਦੇ ਵੀ ਅਸੀਂ ਸਿਰਫ ਤੇ ਸਿਰਫ ਰੇਲ ਦੀਆਂ ਪਟੜੀਆਂ ਤੋਂ ਆਪਣੇ ਧਰਨੇ ਚੱਕਾਂਗੇ ਕਿਉਂਕਿ ਜੋ ਮਾਲ ਗੱਡੀਆਂ ਉਹਨਾਂ ਦਾ ਆਉਣ ਜਾਣ ਅਸੀਂ ਚਾਹੁੰਦੇ ਵੀ ਜਾਰੀ ਰਵੇ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵੀ ਇਹ ਗੱਲ ਕਹੀ ਸੀ ਵੀ ਅਸੀਂ ਤੁਹਾਡੀ ਮੰਗ ਮੰਨੀ ਆ। ਤੁਸੀਂ ਕਿਹਾ ਸੀ ਸਾਨੂੰ ਅਲਟੀਮੇਟਮ ਦਿੱਤਾ ਸੀਗਾ ਵੀ ਭਾਈ ਵਿਧਾਨ ਸਭਾ ਦਾ ਵਿਸ਼ੇਸ਼ ਅਜਲਾਸ ਸੱਦੋ, ਅਸੀਂ ਤੁਹਾਡੀ ਮੰਨ ਲਈ, ਤੁਸੀਂ ਸਾਡੀ ਅਪੀਲ ਨੂੰ ਸਵੀਕਾਰ ਕਰੋ। ਪਰ ਕਿਸਾਨਾਂ ਨੇ ਬੇਸ਼ੱਕ ਪਟੜੀਆਂ ਤੋਂ ਧਰਨੇ ਚੱਕ ਲਏ। ਦੇਵੀਦਾਸਪੁਰਾ ਦੇ ਵਿੱਚ ਹਾਲੇ ਵੀ ਪਟੜੀਆਂ ਦੇ ਉੱਤੇ ਕਿਸਾਨ ਬੈਠੇ ਆ, ਬਾਕੀ ਸਾਰੇ ਪੰਜਾਬ ਦੇ ਵਿੱਚੋਂ ਚੱਕੇ ਗਏ ਆ। ਪਰ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਪਟੜੀਆਂ ਤੋਂ ਚੱਕਣਾ ਚਲੋ ਸਾਡੇ ਲਈ ਜ਼ਰੂਰੀ ਵੀ ਸੀ ਤੇ ਸਾਡੀ ਮਜਬੂਰੀ ਵੀ ਸੀ, ਪਰ ਅਸੀਂ ਬੀਜੇਪੀ ਦੇ ਆਗੂਆਂ ਦਾ ਘਿਰਾਓ ਇਵੇਂ ਜਾਰੀ ਰੱਖਾਂਗੇ। ਜਿੱਥੇ ਬੀਜੇਪੀ ਦੇ ਨੇਤਾ ਮਿਲਣਗੇ ਇਹਨਾਂ ਨੂੰ ਅਸੀਂ ਇਵੇਂ ਘੇਰਾ ਪਾਵਾਂਗੇ, ਇਹਨਾਂ ਦੇ ਘਰਾਂ ਦੇ ਮੂਹਰੇ ਪ੍ਰਦਰਸ਼ਨ ਇਵੇਂ ਕਰਾਂਗੇ, ਅਸੀਂ ਟੋਲ ਪਲਾਜ਼ਿਆਂ ਦੇ ਉੱਤੇ ਪ੍ਰਦਰਸ਼ਨ ਇਵੇਂ ਕਰਾਂਗੇ, ਰਿਲਾਇੰਸ ਦੇ ਪੈਟਰੋਲ ਪੰਪਾਂ ਦੇ ਮੂਹਰੇ ਇਵੇਂ ਧਰਨਾ ਦੇਵਾਂਗੇ ਤੇ ਰਿਲਾਇੰਸ ਦੇ ਸ਼ੋਰੂਮ ਆ ਜਿੱਥੇ ਜਿੱਥੇ ਜਿੰਨੇ ਵੀ ਤੇ ਉਹਨਾਂ ਦੇ ਮੂਹਰੇ ਅਸੀਂ ਇਵੇਂ ਧਰਨਾ ਪ੍ਰਦਰਸ਼ਨ ਦੇਣਾ। ਉਸ ਤੋਂ ਅਗਲੀ ਗੱਲ ਇਹ ਹੈ ਕਿ 4 ਨਵੰਬਰ ਨੂੰ ਹੁਣ ਕਿਸਾਨ ਜਥੇਬੰਦੀਆਂ ਦੀ ਇੱਕ ਹੋਰ ਮੀਟਿੰਗ ਹੋਣੀ ਹੈ ਤੇ 5 ਤਰੀਕ ਤੱਕ ਦੇ ਲਈ ਇਹ ਗੱਲ ਕਹੀ ਗਈ ਹੈ ਵੀ 5 ਤਰੀਕ ਤੱਕ 5 ਨਵੰਬਰ ਤੱਕ ਮਾਲ ਗੱਡੀਆਂ ਨੂੰ ਆਉਣ ਜਾਣ ਦੀ ਆਗਿਆ ਦਿੱਤੀ ਆ। ਪੰਜਾਬ ਦੇ ਵਿੱਚ ਕੋਲੇ ਦੀ ਕਿੱਲਤ ਪੈਦਾ ਹੋਈ ਸੀ, ਰੌਲਾ ਬੜਾ ਪਿਆ। ਪੰਜਾਬ ਦੇ ਵਿੱਚ ਡੀਏਪੀ ਯੂਰੀਆ ਦੀ ਬਹੁਤ ਕਿੱਲਤ ਪੈਦਾ ਹੋ ਰਹੀ ਸੀ। ਮੈਨੂੰ ਇਹ ਜਾਪਦਾ ਕਿ ਕਿਸਾਨਾਂ ਨੇ ਮੌਕੇ ਸਿਰ ਸਹੀ ਫੈਸਲਾ ਲਿਆ। ਮੰਨ ਲਓ ਸੱਚੀ ਮੁੱਚੀ ਕੋਲੇ ਦੀ ਕਿੱਲਤ ਪੈਦਾ ਹੋ ਜਾਂਦੀ, ਪੰਜਾਬ ਦੇ ਵਿੱਚ ਬਿਜਲੀ ਦੇ ਕੱਟ ਤਾਂ ਲੱਗਣੇ ਸ਼ੁਰੂ ਹੋ ਗਏ ਸੀ। ਜੇ ਕੱਟ ਲੰਮੇ ਹੋ ਜਾਂਦੇ, ਜੇਕਰ ਕੁੱਪ ਹਨੇਰਾ ਪਸਰ ਜਾਂਦਾ, ਸ਼ਹਿਰੀ ਖੇਤਰ ਦੇ ਲੋਕਾਂ ਨੇ ਜਾਂ ਜਿਹੜੇ ਖੇਤੀਬਾੜੀ ਨੂੰ ਛੱਡ ਕੇ ਹੋਰ ਕਿੱਤਿਆਂ ਨਾਲ ਜੁੜੇ ਹੋਏ ਲੋਕ ਆ ਉਹਨਾਂ ਨੇ ਕਿਸਾਨਾਂ ਦੇ ਮਜ਼ਦੂਰਾਂ ਦੇ ਇਸ ਸੰਘਰਸ਼ ਦੇ ਪ੍ਰਤੀ ਆਪਣੀ ਉਲਟ ਧਾਰਨਾ ਬਣਾ ਲੈਣੀ ਸੀ ਵੀ ਇਹਨਾਂ ਦੇ ਕਰਕੇ ਅਸੀਂ ਵੀ ਕੁੱਪ ਹਨੇਰੇ ਦੇ ਵਿੱਚ ਆ। ਸੋ ਇਸ ਕਰਕੇ ਕਿਸਾਨਾਂ ਨੇ ਵੇਲੇ ਸਿਰ ਇਹ ਫੈਸਲਾ ਸਹੀ ਲਿਆ। ਉਸ ਤੋਂ ਅਗਲੀ ਗੱਲ ਇਹ ਆ ਵੀ ਬਹੁਤ ਸਾਰੇ ਜਿਹੜੇ ਸੱਜਣ ਨੇ ਉਹਨਾਂ ਨੇ ਸਾਨੂੰ ਫੋਨ ਕਰਕੇ ਪੁੱਛਿਆ ਵੀ ਜਿਹੜੇ ਇਹ ਬਿੱਲ ਪਾਸ ਕਰ ਦਿੱਤੇ ਗਏ ਆ ਵਿਧਾਨ ਸਭਾ ਦੇ ਵਿੱਚ ਇਹਦੇ ਦੂਰ ਰਸੀ ਨਤੀਜੇ ਕੀ ਆ। ਪਹਿਲੀ ਗੱਲ ਇਹ ਆ ਵੀ ਇਹ ਸਿਰਫ ਤੇ ਸਿਰਫ ਇੱਕ ਅੱਖਾਂ ਪੂੰਝਣ ਦੀ ਕਾਰਵਾਈ ਆ। ਅਸੀਂ ਇਹ ਨਹੀਂ ਗੱਲ ਕਹਿ ਸਕਦੇ ਵੀ ਕੇਂਦਰ ਦੇ ਵੱਲੋਂ ਜਿਹੜਾ ਵੀ ਕਾਨੂੰਨ ਪਾਸ ਕੀਤਾ ਜਾਵੇ ਕਿਸੇ ਸੂਬੇ ਦੇ ਵਿੱਚ ਉਹਨਾਂ ਕਾਨੂੰਨਾਂ ਦੇ ਖਿਲਾਫ ਜੇਕਰ ਬਿੱਲ ਪਾਸ ਹੋ ਜਾਣ, ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਣੇ ਕੇਂਦਰੀ ਕਾਨੂੰਨ। ਇਹ ਤਾਂ ਸਿਰਫ ਤੇ ਸਿਰਫ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੇ ਕਿਸਾਨ ਜਥੇਬੰਦੀਆਂ ਦੇ ਨਾਲ ਖੜੇ ਹੋਣ ਦਾ ਏਕੇ ਦਾ ਸਬੂਤ ਦੇਣ ਦੇ ਲਈ ਕੇਂਦਰ ਤੱਕ ਇਹ ਸੁਨੇਹਾ ਭੇਜਣ ਦੇ ਲਈ ਕੰਮ ਕੀਤਾ। ਹੁਣ ਇਹ ਬਿੱਲ ਗਏ ਆ ਰਾਜਪਾਲ ਦੇ ਕੋਲੇ। ਰਾਜਪਾਲ ਨੇ ਇਹਨਾਂ ਦੇ ਉੱਤੇ ਦਸਤਖਤ ਨਹੀਂ ਕਰਨੇ, ਇਸ ਗੱਲ ਦੀ ਮੈਨੂੰ ਆਸ ਆ। ਰਾਜਪਾਲ 4 ਮਹੀਨੇ ਲਟਕਾਵੇ, ਰਾਜਪਾਲ 6 ਮਹੀਨੇ ਲਟਕਾਵੇ, ਰਾਜਪਾਲ ਦੇ ਕੋਲੇ ਇਹ ਵੀ ਅਧਿਕਾਰ ਆ ਉਹ ਰਾਸ਼ਟਰਪਤੀ ਕੋਲੇ ਭੇਜ ਦੇਵੇ। ਰਾਸ਼ਟਰਪਤੀ ਸਾਲ ਲਟਕਾਵੇ, 6 ਮਹੀਨੇ ਲਟਕਾਵੇ, ਰਾਸ਼ਟਰਪਤੀ ਫਿਰ ਕੇਂਦਰ ਦੇ ਕੋਲੇ ਭੇਜ ਦੇਵੇ ਬਿੱਲ। ਮਤਲਬ ਇਹ ਆ ਵੀ ਇਹ ਨਾ ਇੱਕ ਉਲਝਣ ਜੀ ਵਾਲੀ ਗੱਲ ਹੈਗੀ ਆ। ਹੁਣ ਕਈ ਨੇਤਾ ਆਪਸ ਦੇ ਵਿੱਚ ਗੁੱਥਮ ਗੁੱਥਾ ਹੋਣੇ ਸ਼ੁਰੂ ਹੋ ਗਏ। ਆਮ ਆਦਮੀ ਪਾਰਟੀ ਦੇ ਤੇ ਅਕਾਲੀ ਦਲ ਦੇ ਕਈ ਨੇਤਾ ਕਹਿੰਦੇ ਵੀ ਇਹ ਤਾਂ ਬਿੱਲ ਚੋਰ ਮੋਰੀਆਂ ਵਾਲੇ ਆ, ਇਹਨਾਂ ਬਿੱਲਾਂ ਦੇ ਵਿੱਚ ਕੱਢਣ ਪਾਉਣ ਨੂੰ ਕੱਖ ਨਹੀਂਗਾ, ਇਹ ਤਾਂ ਲੋਕਾਂ ਦੇ ਮੂਹਰੇ ਡਰਾਮੇਬਾਜ਼ੀ ਕੀਤੀ ਗਈ ਆ। ਹੈਰਾਨੀ ਇਸ ਗੱਲ ਦੀ ਹੁੰਦੀ ਆ ਵੀ ਵਿਧਾਨ ਸਭਾ ਦੇ ਵਿੱਚ ਸਾਰੇ ਨਾਲ ਸੀਗੇ, ਰਾਜਪਾਲ ਦੇ ਕੋਲੇ ਸਾਰੇ ਚੱਲ ਕੇ ਗਏ ਆ ਵੀ ਆ ਲਓ ਜੀ ਅਸੀਂ ਵੀ ਨਾਲ ਖੜੇ ਆ। ਰਾਜਪਾਲ ਨੂੰ ਬਿੱਲ ਸੌਂਪ ਕੇ ਬਾਅਦ ਦੇ ਵਿੱਚ ਕਹਿਣ ਲੱਗ ਪਏ ਜੀ ਇਹਨਾਂ ਬਿੱਲਾਂ ਦੇ ਵਿੱਚ ਕੱਖ ਨਹੀਂਗਾ। ਫਿਰ ਆਪਾਂ ਨੂੰ ਉੱਥੇ ਵਿਰੋਧ ਕਰਨਾ ਚਾਹੀਦਾ ਸੀ, ਇਹ ਗੱਲ ਕਹਿਣੀ ਚਾਹੀਦੀ ਸੀ ਵੀ ਅਸੀਂ ਸਹਿਮਤ ਨਹੀਂ ਆ। ਸੋ ਕਿਸਾਨ ਜਥੇਬੰਦੀਆਂ ਦੇ
ਖੇਤ ਮਜ਼ਦੂਰਾਂ ਦੇ ਸੰਘਰਸ਼ ਨੂੰ ਅਸੀਂ ਸਲਾਮ ਕਰਦੇ ਹਾਂ, ਪਰ ਰਾਜਨੀਤਿਕ ਲੋਕਾਂ ਦੇ ਮੂਹਰੇ ਇੱਕੋ ਹੀ ਏਜੰਡਾ, ਉਹ ਹੈਗਾ 2022 ਦਾ। ਬਿਲਕੁਲ ਟਾਣਾ ਸਾਹਿਬ, ਜੋ ਹੁਣ ਲਗਾਤਾਰ ਇਸ ਕਿਸਾਨ ਅੰਦੋਲਨ ਨੂੰ ਲੈ ਕੇ ਹਾਲਾਤ ਬਣਦੇ ਜਾ ਰਹੇ ਨੇ, ਕਿਤੇ ਨਾ ਕਿਤੇ ਸੰਕੇਤ ਲੱਗ ਰਹੇ ਨੇ ਕਿ ਕਿਸਾਨਾਂ ਦੇ ਇਸ ਅੰਦੋਲਨ ਨੂੰ ਤਾਰ ਪੀੜੋ ਕਰਨ ਦੀ, ਫੇਲ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਸੋ ਲਗਾਤਾਰ ਜੋ ਸਿਆਸਤ ਹੈ ਉਹ ਤਾਂ ਇਸ ਦੇ ਉੱਪਰ ਖੇਡੀ ਹੀ ਜਾ ਰਹੀ ਹੈ। ਜੇਕਰ ਗੱਲ ਕਰੀਏ ਭਾਜਪਾ ਦੀ, ਭਾਜਪਾਈਆਂ ਦੀ, ਤੇ ਉਹ ਕਿਤੇ ਵੀ ਕਿਸਾਨਾਂ ਨਾਲ ਖੜਦੇ ਨਜ਼ਰ ਨਹੀਂ ਆ ਰਹੇ। ਪਰ ਭਾਜਪਾ ਦੇ ਵੱਲੋਂ ਪੂਰੀ ਸਾਜ਼ਿਸ਼ ਹੈ ਕਿ ਕਿਸਾਨਾਂ ਦੇ ਇਸ ਸੰਘਰਸ਼ ਨੂੰ, ਇਸ ਅੰਦੋਲਨ ਨੂੰ ਫੇਲ ਕੀਤਾ ਜਾਵੇ। ਕਿੰਜ ਵੇਖਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ? ਇਹ ਸਾਡੇ ਦੇਸ਼ ਦੀ ਬਦਕਿਸਮਤੀ ਹੈ ਪਰਮ ਜੀ, ਵੀ ਜਿਹੜੇ ਬੰਦੇ ਨੇ ਜਿਹੜਾ ਕਦੇ ਕੰਮ ਜ਼ਿੰਦਗੀ ਦੇ ਵਿੱਚ ਨਹੀਂ ਕੀਤਾ ਹੁੰਦਾ, ਉਹ ਉਸੇ ਵਿਭਾਗ ਦਾ ਮੰਤਰੀ ਬਣਦਾ। ਬਿਲਕੁਲ। ਜਿਹਨੂੰ ਕੋਈ ਬਹੁਤ ਵੱਡੀ ਸਮੱਸਿਆ ਹੁੰਦੀ ਆ, ਉਹ ਕਹਿ ਦਿੰਦਾ ਜੀ ਕਿ ਮੈਂ ਆਹ ਮਹਿਕਮਾ ਸੰਭਾਲ ਲੈਣਾ, ਮੈਂ ਕਿਸੇ ਇੱਕ ਦਾ ਨਾਂ ਕਿਉਂ ਲੈਣਾ, ਬਾਅਦ ਦੇ ਵਿੱਚ ਹੋਰ ਨਾ ਨਾਰਾਜ਼ ਹੋ ਜਾਏ, ਕਿਉਂਕਿ ਸਾਰੇ ਇੱਕੋ ਜਿਹੇ ਆ। ਕਿਉਂਕਿ ਜਿਹੜੇ ਵਿਭਾਗ ਦਾ ਮੰਤਰੀ ਬਣਿਆ, ਉਹਨੂੰ ਉਸ ਵਿਭਾਗ ਦਾ ਕਿੰਨਾ ਕੁ ਤਜਰਬਾ, ਪਹਿਲੀ ਤਾਂ ਗੱਲ ਇਹ ਆ। ਨਰਿੰਦਰ ਤੋਮਰ ਇਸ ਵਕਤ ਦੇਸ਼ ਦੇ ਖੇਤੀਬਾੜੀ ਮੰਤਰੀ ਆ। ਕਦੇ ਉਹਨਾਂ ਨੂੰ ਪੁੱਛ ਕੇ ਦੇਖੀਏ ਵੀ ਭਾਈ ਕਣਕ ਨੂੰ ਕਿੰਨੇ ਪਾਣੀ ਲੱਗਦੇ ਆ, ਝੋਨਾ ਕਿਹੜੀ ਰੁੱਤ ਦੇ ਵਿੱਚ ਬੀਜਿਆ ਜਾਂਦਾ, ਝੋਨੇ ਨੂੰ ਕਿੰਨੇ ਪਾਣੀ ਲੱਗਦੇ ਆ, ਝੋਨੇ ਦੀ ਵਾਢੀ ਕਦੋਂ ਹੁੰਦੀ ਆ, ਨਰਮੇ ਦੀ ਫਸਲ ਕਿਵੇਂ ਹੁੰਦੀ ਆ, ਨਰਮੇ ਤੇ ਕਪਾਹ ਵਿਚਲਾ ਕੀ ਅੰਤਰ ਆ, ਮੱਕੀ ਦਾ ਕੀ ਸਿਲਸਿਲਾ, ਇਹਨਾਂ ਨੂੰ ਪੁੱਛ ਕੇ ਕਦੇ ਦੇਖਿਆ ਜਾਵੇ? ਇਹਨਾਂ ਨੂੰ ਕੱਖ ਦਾ ਨਹੀਂ ਪਤਾਗਾ। ਇਹਨਾਂ ਨੂੰ ਸਿਰਫ ਇੰਨਾ ਪਤਾ ਵੀ ਏਸੀ ਰੂਮ 'ਚ ਬੈਠੋ ਤੇ ਇਹ ਕਹੋ ਜੀ ਮੈਂ ਜ਼ੂਮ ਐਪ ਦੇ ਰਾਹੀਂ ਇੱਕ ਮੀਟਿੰਗ ਕੀਤੀ, ਮੈਂ ਦੇਸ਼ ਨੂੰ ਸੰਬੋਧਨ ਕੀਤਾ ਵੀ ਅਸੀਂ ਜ਼ੂਮ ਐਪ ਤੋਂ ਕੀ ਲੈਣਾ, ਡੋਕੇ ਲੈਣੇ ਆ, ਤੁਸੀਂ ਜਾਓ। ਤੁਸੀਂ ਵਾਰ-ਵਾਰ ਇਹ ਗੱਲ ਕਹਿੰਦੇ ਆ ਵੀ ਭਾਈ ਜਿਹੜੇ ਇਹ ਅਸੀਂ ਖੇਤੀ ਕਾਨੂੰਨ ਬਣਾਏ ਆ, ਇਹ ਤਾਂ ਕਿਸਾਨ ਪੱਖੀ ਆ। ਤੁਸੀਂ ਕਹਿੰਦੇ ਹੋ ਵੀ ਆਮਦਨ ਦੁੱਗਣੀ ਹੋ ਜਾਣੀ ਆ, ਤੁਸੀਂ ਕਹਿੰਦੇ ਵੀ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਕਾਂਗਰਸ ਦੇ ਵੱਲੋਂ, ਫਿਰ ਤੁਸੀਂ ਐਪ ਦੇ ਉੱਤੇ ਕਿਉਂ ਗੱਲਾਂ ਕਰਦੇ ਆ? ਤੁਸੀਂ ਜਾਓ ਧਰਨੇ ਦੇ ਵਿੱਚ, ਤੁਸੀਂ ਆਓ ਇੱਥੇ ਜਿਹੜਾ ਲੁਧਿਆਣੇ ਜਿਹੜਾ ਲੱਗਾ ਟੋਲ ਪਲਾਜ਼ੇ ਤੇ ਨਾਕਾ, ਉੱਥੇ ਜਿਹੜਾ ਧਰਨਾ ਲੱਗਾ, ਜਾਓ ਦੇਵੀਦਾਸਪੁਰੇ, ਜਾਓ ਬਰਨਾਲੇ ਦੇ ਵਿੱਚ, ਪੰਜਾਬ ਦੇ ਵਿੱਚ ਕਿਤੇ ਵੀ ਜਾ ਕੇ ਕਿਸਾਨਾਂ ਨੂੰ ਆਪਣੇ ਤਰਕ ਦੇ ਨਾਲ ਸਮਝਾ ਕੇ ਦਿਖਾਓ। ਤੁਸੀਂ ਕਹਿੰਦੇ ਹੋ ਵੀ ਭਾਈ ਇਹ ਕਾਂਗਰਸ ਦੇ ਵੱਲੋਂ ਲਵਾਏ ਗਏ ਆ, ਤੇ ਤੁਸੀਂ ਕਿਸਾਨਾਂ ਦੇ ਕੋਲੇ ਜਾਓ, ਉਹਨਾਂ ਨੂੰ ਕਹੋ ਜੀ ਤੁਸੀਂ ਕਾਂਗਰਸੀ ਆ, ਕਹਿ ਦਿਓ ਫਿਰ ਉਹਨਾਂ ਨੂੰ। ਪਿਛਲੇ ਦਿਨੀ ਜਲੰਧਰ ਦੇ ਸਰਕਟ ਹਾਊਸ ਦੇ ਵਿੱਚ ਇੱਕ ਬੀਜੇਪੀ ਨੇਤਾ ਆਇਆ, ਉਹ ਅੰਦਰ ਗਿਆ, ਬਾਹਰ ਕਿਸਾਨਾਂ ਨੇ ਧਰਨਾ ਲਾ ਲਿਆ, ਉਹਨਾਂ ਨੇ ਝੰਡੇ ਚੱਕੇ ਤੇ ਉਹਨਾਂ ਨੇ ਮੁਰਦਾਬਾਦ ਮੋਦੀ ਕਰਤਾ। ਉਹ ਅੰਦਰ ਬੈਠਾ ਬੀਜੇਪੀ ਦਾ ਨੇਤਾ ਕਹਿੰਦਾ ਜੀ ਇਹ ਤਾਂ ਕਾਂਗਰਸ ਦੇ ਸਮਰਥਕ ਆ, ਇਹ ਕੋਈ ਕਿਸਾਨ ਹੈ ਨਹੀਂ। ਕਿਸਾਨਾਂ ਤੱਕ ਇਹ ਸੁਨੇਹਾ ਪਹੁੰਚਿਆ, ਕਿਸਾਨ ਕਹਿੰਦੇ ਬਾਹਰ ਤਾਂ ਆ ਜੇ ਇੱਕ ਵਾਰੀ, ਫੇਰ ਮੰਨ ਲੈਂਦੇ ਆ, ਬਾਹਰ ਆ ਕੇ ਸਾਨੂੰ ਇਹ ਗੱਲ ਕਹਿ ਦੇਵੇ ਤੁਸੀਂ ਕਾਂਗਰਸੀ ਆ, ਤੁਸੀਂ ਕਿਸਾਨ ਨਹੀਂ ਹੈਗੇ। ਪਰ ਜਨਾਬ ਉਦੋਂ ਆਈ ਨਹੀਂ ਬਾਹਰ, ਪਿਛਲੇ ਪਾਸੇ ਦੀ ਬਾਹਰ ਨਿਕਲ ਕੇ ਚਲੇ ਗਏ ਭੂਕਾ ਮਾਰਦੀ ਗੱਡੀ ਦੇ ਵਿੱਚ। ਇਹੋ ਜਿਹੇ ਹਾਲਾਤ ਹੈਗੇ ਆ। ਇਸ ਵਕਤ ਬੀਜੇਪੀ ਦੇ ਕੰਨ ਦੇ ਉੱਤੇ ਜੂੰ ਨਹੀਂ ਸਰਕ ਰਹੀ। ਮੈਂ ਇਸ ਗੱਲ ਦੇ ਉੱਤੇ ਹੈਰਾਨ ਆ ਪਰਮ ਜੀ ਕਿ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਕਿਤੇ ਵੀ ਨਿੱਕੀ ਮੋਟੀ ਵੀ ਗੱਲ ਵਾਪਰੇ ਨਾ, ਜਿਹੜੀਆਂ ਖੁਫੀਆ ਏਜੰਸੀਆਂ ਇਹ ਕੇਂਦਰ ਤੱਕ ਤਾਰਾਂ ਖੜਕਾ ਦਿੰਦੀਆਂ। ਉਹਨਾਂ ਨੂੰ ਕੱਲੀ ਕੱਲੀ ਗੱਲ ਦਾ ਪਤਾ ਹੁੰਦਾ। ਤੁਸੀਂ ਇੱਥੇ 20 ਬੰਦੇ ਇਕੱਠੇ ਹੋਵੋ, ਇੰਟੈਲੀਜੈਂਸ ਵਾਲੇ ਤੁਹਾਡੇ ਵਿੱਚ ਆ ਕੇ ਖੜ ਜਾਣਗੇ, ਤੁਹਾਨੂੰ ਪਤਾ ਨਹੀਂ ਲੱਗਣਾ ਬੰਦਾ ਕੌਣ ਆ। ਜਦੋਂ ਕੱਲੀ ਕੱਲੀ ਗੱਲ ਤਾਂ ਤੱਕ ਪਹੁੰਚਦੀ ਆ, ਤੇ ਇਹ ਗੱਲ ਨਹੀਂ ਤਾਂ ਤੱਕ ਪਹੁੰਚਦੀ ਵੀ ਬੀਜੇਪੀ ਲੋਕਾਂ ਨੇ ਜਿਹੜੇ ਆ ਉਹ ਲੀੜੇ ਪਾੜਦੇ ਸ਼ੁਰੂ ਕੀਤੇ ਕਿਸਾਨਾਂ ਨੇ। ਬੀਜੇਪੀ ਦੇ ਨੇਤਾਵਾਂ ਨੂੰ ਘੇਰਾ ਲਗਾਤਾਰ ਪੈ ਰਿਹਾ। ਬੀਜੇਪੀ ਦੇ ਨੇਤਾ ਜਿਹੜੇ ਕੀ ਇਹ ਗੱਲ ਕਹਿੰਦੇ ਨਹੀਂ ਕੇਂਦਰ ਨੂੰ ਵੀ ਭਾਈ ਸਾਡਾ ਇੱਥੇ ਜਿਉਣਾ ਦੁੱਭਰ ਹੋਇਆ ਪਿਆ, ਇਹਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੱਗੇ ਜਾਂ ਇਹਨਾਂ ਦੇ ਵਿੱਚ ਸੋਧ ਕਰੀਏ, ਪਰ ਕੇਂਦਰ ਦੀ ਸਰਕਾਰ ਨੂੰ ਫਿਕਰ ਹੀ ਕੋਈ ਨਹੀਂ। ਮੋਦੀ ਸਾਹਿਬ ਨੇ ਪਿਛਲੇ ਦਿਨੀ ਮੈਸੂਰ ਦੀ ਇੱਕ ਯੂਨੀਵਰਸਿਟੀ ਨੂੰ ਸੰਬੋਧਨ ਕੀਤਾ, ਫਿਰ ਉਹਨਾਂ ਨੇ 12 ਮਿੰਟ ਦੇ ਲਈ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਉਹ ਬਾਹਾਂ ਖਿਲਾਰ ਕੇ ਫਿਰ ਕੋਈ ਗੱਲ ਕਹੀ ਜਾਂਦੇ ਆ, ਭਾਈ ਔਰ ਬਹਿਨੋ 6.5 ਸਾਲ में हमने तो बहुत सारे सुधार किए हैं। ਉਹਨਾਂ ਗੱਲਾਂ ਦੇ ਵਿੱਚੋਂ ਇੱਕ ਗੱਲ ਇਹ ਵੀ ਕਹਿ ਗਏ ਵੀ ਅਸੀਂ ਹੁਣੇ ਖੇਤੀ ਸੁਧਾਰਾਂ ਦੇ ਮਾਮਲੇ ਦੇ ਵਿੱਚ ਵੀ ਇੱਕ ਮੱਲ ਮਾਰੀ ਆ। ਉਹ ਕਹਿੰਦੇ ਅਸੀਂ ਖੇਤੀ ਸੁਧਾਰ ਬਹੁਤ ਕੀਤੇ ਆ। ਕਿਸਾਨ ਇਸ ਵਕਤ ਪਟੜੀਆਂ ਦੇ ਉੱਤੇ ਬੈਠੇ ਆ, ਧਰਨਿਆਂ ਦੇ ਉੱਤੇ ਬੱਚੇ ਤੇ ਔਰਤਾਂ ਵੀ ਬੈਠੇ ਆ। ਹੈਰਾਨੀ ਹੁੰਦੀ ਆ ਵੀ ਇਹ ਢੀਠਤਾਈ ਦੀ ਕਿਹੋ ਜੀ ਹੱਦ ਆ। ਉਹ ਸਿਆਣੇ ਕਹਿੰਦੇ ਵੀ ਇੱਕ ਬੰਦੇ ਦੀ ਡਾਲ ਡੁੱਲ ਗਈ, ਢੀਠ ਜਾ ਸੀਗਾ, ਕਹਿੰਦਾ ਯਾਰ ਤਾਂ ਭੁੰਜੇ ਬਹਿ ਕੇ ਖਾਂਦੇ ਹੁੰਦੇ ਆ। ਇਹੋ ਜੀ ਸਥਿਤੀ ਬਣੀ ਪਈ ਆ। ਹੁਣ ਬੀਜੇਪੀ ਦੇ ਜਿਹੜੇ ਪੰਜਾਬ ਦੇ ਨੇਤਾ, ਉਹਨਾਂ ਨੇ ਕਿਸਾਨਾਂ ਦਾ ਮਸਲਾ ਹੱਲ ਕਰਨ ਜਾਂ ਕਰਵਾਉਣ ਦੀ ਥਾਂ ਦੇ ਉੱਤੇ ਇੱਕ ਨਾ ਦਲਿਤ ਇਨਸਾਫ ਯਾਤਰਾ ਸ਼ੁਰੂ ਕਰ ਲਈ ਹੈ। ਅਸੀਂ ਦਲਿਤ ਭਾਈਚਾਰੇ ਦਾ ਬਹੁਤ ਸਤਿਕਾਰ ਕਰਦੇ ਆ। ਸਕਾਲਰਸ਼ਿਪ ਸਕੀਮ ਆ ਜਿਹੜੀ, ਉਹਦੇ ਵਿੱਚ ਜੋ ਵੀ ਕੁਝ ਹੋਇਆ ਉਹਦੇ ਨਾਲ ਸਾਡੀ ਜਿਹੜੀ ਆ ਉਹ ਅਸੀਂ ਕਹਿੰਦੇ ਆ ਵੀ ਸਰਕਾਰਾਂ ਨੂੰ ਇਨਸਾਫ ਦੇਣਾ ਚਾਹੀਦਾ। ਦਲਿਤ ਭਾਈਚਾਰੇ ਦੇ ਉੱਤੇ ਅਤਿਆਚਾਰ ਬਿਲਕੁਲ ਨਹੀਂ ਹੋਣੇ ਚਾਹੀਦੇ। ਸਾਰੇ ਭਾਈਚਾਰਿਆਂ ਦੇ ਨਾਲ ਇਨਸਾਫ ਹੋਣਾ ਚਾਹੀਦਾ। ਪਰ ਜਦੋਂ ਕਿਸਾਨਾਂ ਦੇ ਨਾਲ ਦਲਿਤਾਂ ਨੂੰ ਪੜਾਉਣ ਦੀ ਸਾਜ਼ਿਸ਼ ਚੱਲ ਰਹੀ ਹੈ ਤਾਂ ਇਹੀ ਕੁਝ ਹੋਇਆ ਹੁਣ ਨਵਾਂ ਸ਼ਹਿਰ ਦੇ ਵਿੱਚ ਵੀ। ਜਲੰਧਰ ਤੋਂ ਲੈ ਕੇ ਕਹਿੰਦੇ ਚੰਡੀਗੜ੍ਹ ਦੇ ਵਿੱਚ ਦਲਿਤ ਇਨਸਾਫ ਯਾਤਰਾ ਕੱਢਣੀ ਆ ਤੇ ਉੱਥੇ ਕਿਸਾਨ ਭਾਈਚਾਰਾ ਜਿਹੜਾ ਨਵਾਂ ਸ਼ਹਿਰ ਦੇ ਵਿੱਚ ਇਕੱਠਾ ਹੋ ਗਿਆ। ਉੱਥੇ ਆਪਸ ਦੇ ਵਿੱਚ ਕਿਸਾਨ ਤੇ ਭਾਜਪਾਈ ਨੇਤਾ ਭਿੜ ਪਏ। ਹੁਣ ਕਿਸਾਨਾਂ ਨੇ ਇਹ ਗੱਲ ਕਹੀ ਹੈ ਵੀ ਜਾਣ ਬੁੱਝ ਕੇ ਇਹਨਾਂ ਦੇ ਵੱਲੋਂ ਇਹ ਸਾਜ਼ਿਸ਼ ਰਚੀ ਜਾ ਰਹੀ ਹੈ ਵੀ ਅਸੀਂ ਇਹਨਾਂ ਨੂੰ ਘੇਰਾ ਪਾਵਾਂਗੇ। ਇਹ ਕਹਿਣਗੇ ਵੀ ਇਹ ਦਲਿਤਾਂ ਦੇ ਵਿੱਚ ਵਿਘਨ ਪਾਉਂਦੇ ਆ, ਦਲਿਤਾਂ ਦੀ ਯਾਤਰਾ ਦੇ ਵਿੱਚ ਵਿਘਨ ਪਾਉਂਦੇ ਆ। ਦਲਿਤ ਤੇ ਕਿਸਾਨ ਆਪਸ ਦੇ ਵਿੱਚ ਭਿੜਨਗੇ। ਇਹ ਕਿਸਾਨਾਂ ਨੂੰ ਲੜਾਉਣ ਦੀ, ਕਿਸਾਨਾਂ ਦੇ ਅੰਦੋਲਨ ਨੂੰ ਫੇਲ ਕਰਨ ਦੀ ਇੱਕ ਸਾਜ਼ਿਸ਼ ਹੈਗੀ ਆ। ਬਿਲਕੁਲ ਟਾਣਾ ਸਾਹਿਬ, ਜੋ ਪੰਜਾਬ ਦੀ ਇੱਕ ਏਕਤਾ ਦੀ ਮਿਸਾਲ ਜੋ ਕੇਂਦਰ ਸਰਕਾਰ ਨੂੰ ਵੇਖਣ ਨੂੰ ਮਿਲ ਰਹੀ ਹੈ, ਕਿਤੇ
ਨਾ ਕਿਤੇ ਉਸ ਨੂੰ ਫੇਲ ਕਰਨ ਦੀ, ਉਸ ਦੇ ਵਿੱਚ ਜੋ ਸੇਂਧ ਲਗਾਉਣ ਦੀ ਕੋਸ਼ਿਸ਼ ਜੋ ਭਾਜਪਾ ਦੇ ਵੱਲੋਂ ਕੀਤੀ ਜਾ ਰਹੀ ਹੈ, ਲਗਾਤਾਰ ਭਾਜਪਾ ਦੇ ਉੱਪਰ ਦੋਸ਼ ਲੱਗ ਰਹੇ ਨੇ। ਸੋ ਇਸੇ ਦੇ ਵਿੱਚ ਟੈਣਾ ਸਾਹਿਬ ਅਸੀਂ ਜਾਣਦੇ ਹਾਂ ਕਿ ਪੰਜਾਬ ਦੀ ਤਾਂ ਆਵਾਜ਼ ਕੇਂਦਰ ਤੱਕ ਨਹੀਂ ਪਹੁੰਚ ਰਹੀ, ਪਰ ਜੋ ਬਿਹਾਰ 'ਚ ਚੋਣਾਂ ਹੋਣ ਜਾ ਰਹੀਆਂ ਨੇ ਉਹਦੇ ਚੱਲਦਿਆਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਬਿਹਾਰ ਦੇ ਵਿੱਚ 3 ਰੈਲੀਆਂ ਕੀਤੀਆਂ ਜਾ ਰਹੀਆਂ ਨੇ। ਸਾਸਾਰਾਮ 'ਚ ਪਹਿਲੀ ਰੈਲੀ ਨੂੰ ਉਹ ਸੰਬੋਧਨ ਕਰ ਰਹੇ ਨੇ ਤੇ ਲੋਕਾਂ ਦੀ ਕਾਫੀ ਭੀੜ ਆਈ ਹੋਈ ਹੈ। ਖਾਸ ਗੱਲ ਇੱਥੋਂ ਇਹ ਦੱਸਣ ਵਾਲੀ ਹੈ ਕਿ ਬੀਤੇ ਦਿਨ ਹੀ ਭਾਜਪਾ ਦੇ ਵੱਲੋਂ ਸੰਕਲਪ ਪੱਤਰ ਜਾਰੀ ਕੀਤਾ ਗਿਆ, ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਵੱਲੋਂ ਜਾਰੀ ਕੀਤਾ ਗਿਆ। ਇਸ ਦੇ ਵਿੱਚ ਪਹਿਲਾ ਵਾਅਦਾ ਇਹ ਕੀਤਾ ਗਿਆ ਕਿ ਬਿਹਾਰ ਦੇ ਵਿੱਚ ਭਾਜਪਾ ਨੂੰ ਜਿਤਾਓ, ਕਰੋਨਾ ਵੈਕਸੀਨ ਮੁਫਤ ਪਾਓ। ਤੇ ਇਹ ਕਿਸ ਤਰ੍ਹਾਂ ਦੀ ਰਾਜਨੀਤੀ ਹੈ, ਇਸ ਨੂੰ ਗਿਰੀ ਹੋਈ ਰਾਜਨੀਤੀ ਕਵਾਂਗੇ ਜਾਂ ਭਾਜਪਾ ਦੀ ਅਜਿਹੀ ਕਿਹੜੀ ਚਾਲ ਹੈ ਜਿਹੜੀ ਕਿ ਇਨਸਾਨੀਅਤ ਤੋਂ ਉੱਪਰ ਕੁਝ ਮਤਲਬ ਹੈ ਹੀ ਨਹੀਂ, ਕਿ ਇਨਸਾਨੀਅਤ ਨੂੰ ਉਹਨਾਂ ਦੇ ਇੱਕ ਸਾਈਡ ਤੇ ਰੱਖ ਦਿੱਤਾ ਤੇ ਚੋਣਾਂ ਬਿਲਕੁਲ। ਤੇ ਕੀ ਕਹਿਣਾ ਚਾਹੋਗੇ ਇਸ ਬਾਬਤ ਕਿ ਕਰੋਨਾ ਵੈਕਸੀਨ ਦੇ ਉੱਪਰ ਵੀ ਰਾਜਨੀਤੀ? ਦੇਖੋ, ਜਿਹੜੀਆਂ ਅੱਜ ਮੋਦੀ ਸਾਹਿਬ ਦੇ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਤੇ ਜਿਹੜੇ ਵੀ ਲੋਕ ਮੂਹਰੇ ਬੈਠੇ ਆ, ਮੈਂ ਕੋਈ ਹੋਰ ਟਿੱਪਣੀ ਤਾਂ ਨਹੀਂ ਕਰਦਾ, ਪਰ ਮੈਨੂੰ ਲੱਗਦਾ ਵੀ ਇਹਨਾਂ ਨੂੰ ਪੈਟਰੋਲ 20 ਰੁਪਏ ਲੀਟਰ ਮਿਲਦਾ ਹੋਣਾ। ਮੈਨੂੰ ਲੱਗਦਾ ਵੀ ਇਹਨਾਂ ਨੂੰ ਸਿਲੰਡਰ ਆ ਜਿਹੜਾ ਉਹ 50-60 ਰੁਪਏ ਦਾ ਮਿਲਦਾ ਹੋਣਾ। ਮੈਨੂੰ ਇਉਂ ਲੱਗਦਾ ਵੀ ਇਹ ਜਿਹੜੇ ਲੋਕ ਆ ਇਹਨਾਂ ਨੂੰ ਡੀਸੀ ਜਾਂ ਐਸਐਸਪੀ ਲਾ ਹੀ ਦਿੱਤਾ ਗਿਆ ਹੋਣਾ, ਜਿਹੜੇ ਅੱਜ ਉੱਥੇ ਬੈਠੇ ਨਾਰੇ ਮਾਰ ਰਹੇ ਆ ਮੋਦੀ ਜੀ ਜ਼ਿੰਦਾਬਾਦ। ਹੋ ਸਕਦਾ ਵੀ ਇਹਨਾਂ ਦੀ ਆਰਥਿਕਤਾ ਇੰਨੀ ਕੁ ਸੌਖੀ ਹੋ ਗਈ ਹੋਵੇ ਵੀ ਭਾਈ ਇਹਨਾਂ ਨੂੰ ਕਿਸੇ ਕਿਸਮ ਦੀ ਜ਼ਿੰਦਗੀ 'ਚ ਦਿੱਕਤ ਹੀ ਨਹੀਂ ਆ ਰਹੀ। ਹੋ ਸਕਦਾ ਵੀ ਇਹਨਾਂ ਦਾ ਜੀਵਨ ਪੱਧਰ ਇੰਨਾ ਉੱਚਾ ਚੱਕਦਾ ਹੋਵੇ। ਸਾਨੂੰ ਤਾਂ ਲੱਗਦਾ ਵੀ ਡਿਜੀਟਲ ਭਾਰਤ ਆ, ਉਹ ਕਹਿੰਦੇ ਡਿਜੀਟਲ ਭਾਰਤ ਆ, ਬਸ ਅੰਤਰ ਇਹ ਆ ਸੋਚ ਦਾ। ਹੁਣ ਜਿਹੜੀ ਤੁਸੀਂ ਗੱਲ ਕਹੀ ਆ, ਮੈਂ ਇਸ ਗੱਲੋਂ ਵੀ ਹੈਰਾਨ ਆ ਵੀ ਇੰਨਾ ਵੱਡਾ ਇਕੱਠ, ਲੱਖਾਂ ਜਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਮੂਹਰੇ ਬੈਠੇ ਆ। ਮੋਦੀ ਸਾਹਿਬ ਹਾਲੇ 10 ਦਿਨ ਪਹਿਲਾਂ ਤਾਂ ਇਹ ਗੱਲ ਕਹਿੰਦੇ ਸੀ कोरोना से बचकर रहने का, कोरोना ने तो देश को ऐसे कर देने का। बिल्कुल पिछले दिन ਉਦੋਂ ਤਾਂ ਕਹਿੰਦੇ ਸੀ ਜੇ 5 ਤੋਂ 6 ਬੰਦੇ ਹੋ ਗਏ ਇਕੱਠੇ ਤਾਂ ਕਰੋਨਾ ਫੈਲ ਜਾਣਾ, ਮਾਸਕ ਪਹਿਨ ਕੇ ਆਓ। ਤੇ ਅੱਜ ਠਾਠਾ ਮਾਰਦਾ ਮੂਹਰੇ ਇਕੱਠਾ ਤੇ ਅੱਜ ਕਰੋਨਾ ਵੀ ਹੈ ਨਹੀਂ, ਅੱਜ ਮਾਸਕ ਵੀ ਬਹੁਤਿਆਂ ਦੇ ਹੈ ਨਹੀਂ। ਅੱਜ ਕਿੱਧਰ ਗਿਆ ਕਰੋਨਾ? ਕਰੋਨਾ ਨੂੰ ਵੀ ਆਪਣੇ ਤਰੀਕੇ ਦੇ ਨਾਲ ਵਰਤਿਆ ਜਾ ਰਿਹਾ। ਪੰਜਾਬ ਦੇ ਵਿੱਚ ਵੀ ਇਦਾਂ ਹੀ ਆ। ਜਦੋਂ ਟਰੈਕਟਰ ਰੈਲੀਆਂ ਕੱਢਣੀਆਂ ਸੀ ਕਾਂਗਰਸ ਨੇ, ਉਦੋਂ ਇੱਕਦਮ ਐਤਵਾਰ ਦਾ ਕਰਫਿਊ ਵੀ ਖਤਮ ਕਰਤਾ। ਉਦੋਂ ਕਹਿੰਦੇ ਵੀ ਹੁਣ ਸਮੱਸਿਆ ਕੋਈ ਨਹੀਂ। ਉਦਾਂ ਧਾਰਾ 144 ਲੱਗੀ ਹੋਈ ਸੀ, ਕਹਿੰਦੇ ਵੀ ਜੇਕਰ ਤੁਸੀਂ ਇਕੱਠੇ ਹੋਗੇ ਕਰੋਨਾ ਫੈਲ ਜਾਂਦਾ। ਸੋ ਇਹ ਸਾਰਾ ਕੁਝ ਡਰਾਮਾ ਕੀਤਾ ਜਾ ਰਿਹਾ ਰਾਜਨੀਤਿਕ ਪਾਰਟੀਆਂ ਦੇ ਵੱਲੋਂ। ਲੋਕਾਂ ਨੂੰ ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ। ਤੇ ਜੇਕਰ ਦੇਸ਼ ਇੰਨੇ ਮੰਦੜੇ ਹਾਲ ਦੇ ਵਿੱਚ ਪਹੁੰਚ ਗਿਆ, ਜੀਡੀਪੀ ਸਾਡੀ ਮਾਈਨਸ ਦੇ ਵਿੱਚ ਪਹੁੰਚ ਗਈ ਹੈ, ਤੇ ਹਾਲੇ ਵੀ ਜੇਕਰ ਅਸੀਂ ਧੂਤੂ ਬਣੇ ਤੇ ਫਿਰ ਸਾਡਾ ਕੋਈ ਹੱਲ ਹੈ ਨਹੀਂਗਾ। ਫਿਰ ਅਸੀਂ ਕੀ ਕਹੀਏ ਤੇ ਕੀ ਨਾ ਕਹੀਏ, ਟਿੱਪਣੀ ਕਰਨ ਨੂੰ ਵੀ ਕਈ ਵਾਰੀ ਜੀ ਨਹੀਂ ਕਰਦਾ। ਤੁਸੀਂ ਗੱਲ ਕੀਤੀ ਕਰੋਨਾ ਦੀ, ਮੈਨੂੰ ਤਾਂ ਇਉਂ ਲੱਗਦਾ ਵੀ ਜਿਹੜੇ ਵੀ ਅੱਜ ਆਏ ਆ ਸ਼ਾਇਦ ਸਾਰੇ ਟੀਕਾ ਲਵਾ ਕੇ ਆਏ ਹੋਣ, ਸ਼ਾਇਦ ਇਹਨਾਂ ਸਾਰਿਆਂ ਨੂੰ ਵੈਕਸੀਨ ਮਿਲ ਗਈ ਹੋਵੇ। ਕਿਉਂਕਿ ਲੰਘੇ ਕੱਲ ਨਿਰਮਲਾ ਸੀਤਾਰਮਨ ਜੀ ਦੇ ਵੱਲੋਂ ਇਹ ਗੱਲ ਕਹੀ ਗਈ ਹੈ, ਜਿਹੜੇ ਭਾਰਤ ਦੇ ਵਿੱਤ ਮੰਤਰੀ ਆ, ਉਹ ਕਹਿੰਦੇ ਵੀ ਬੀਜੇਪੀ ਯਾਨੀ ਕਿ ਸਾਡੀ ਜਿਹੜੀ ਪਾਰਟੀ ਆ, ਇਹਨੂੰ ਬਿਹਾਰ ਦੀ ਸੱਤਾ ਦੇ ਵਿੱਚ ਲੈ ਕੇ ਆਓ ਤੇ ਅਸੀਂ ਜੀ ਕਰੋਨਾ ਦਾ ਟੀਕਾ ਮੁਫਤ ਦੇ ਵਿੱਚ ਲਾਵਾਂਗੇ ਬਿਹਾਰ ਦੇ ਨਾਗਰਿਕਾਂ ਦੇ। ਹੁਣ ਜਿਹੜੀ ਵੈਕਸੀਨ ਬਣੀ ਨਹੀਂ ਤੇ ਉਹ ਫਿਰ ਤੁਸੀਂ ਕਿਹੜੇ ਵੇਲੇ ਟੀਕਾ ਲਾ ਦੋਗੇ? ਕਰੋਨਾ ਦੇ ਨਾਂ ਦੇ ਉੱਤੇ ਵੀ ਸਾਜ਼ਿਸ਼ਾਂ। ਤੁਸੀਂ ਕਦੇ ਸੋਚਿਆ ਵੀ ਜਸਿੰਡਾ ਸਰਕਾਰ ਹੈ ਜਿਹੜੀ ਟੀਕੇ ਦੇ ਨਾਂ ਤੇ ਬਣ ਗਈ ਹੋਵੇ? ਨਿਊਜ਼ੀਲੈਂਡ ਦੀ ਸਰਕਾਰ ਨੇ ਕੰਮ ਕਰਕੇ ਦਿਖਾਇਆ, ਬਾਕੀ ਦੇਸ਼ਾਂ ਦੀਆਂ ਸਰਕਾਰਾਂ ਨੇ ਕੰਮ ਕਰਕੇ ਦਿਖਾਇਆ। ਲੋਕਾਂ ਨੇ ਆਪਣੀ ਮਰਜ਼ੀ ਨਾਲ ਵੋਟ ਪਾਈ ਆ, ਪਰ ਜੇਕਰ ਉਹ ਇਹ ਗੱਲ ਕਹਿੰਦੇ ਵੀ ਸਾਨੂੰ ਵੋਟਾਂ ਪਾਓ ਅਸੀਂ ਫਿਰ ਟੀਕਾ ਲਵਾਵਾਂਗੇ, ਇਹ ਕਿਹੜੀ ਰਾਜਨੀਤੀ ਹੋਈ? ਟੀਕਾ ਤਾਂ ਭਾਈ ਤੁਸੀਂ ਪਿਛਲੇ 6 ਸਾਲਾਂ ਤੋਂ ਲਾਈ ਜਾਂਦੇ ਆ। ਇਹ ਬਿਲਕੁਲ ਉਹੋ ਜਿਹਾ ਜੁਮਲਾ ਜਿਵੇਂ 15 ਲੱਖ ਰੁਪਈਆ ਤੁਹਾਡੇ ਖਾਤੇ ਦੇ ਵਿੱਚ ਅਸੀਂ ਪਾ ਦਿਆਂਗੇ ਤੇ ਬਾਅਦ ਦੇ ਵਿੱਚ ਅਮਿਤ ਸ਼ਾਹ ਜੀ ਕਹਿੰਦੇ ਸੀ ਇਹ ਤਾਂ ਜੁਮਲਾ ਥਾ। ਹੈ ਇਹ ਵੀ ਜੁਮਲਾ ਹੀ। ਇਹਨਾਂ ਦੇ ਰਾਮਦੇਵ ਦੇ ਵੱਲੋਂ ਜਿਹੜੀ ਦਵਾਈ ਬਣਾ ਲਈ ਗਈ ਸੀ ਉਹਦੇ ਉੱਤੇ 3600 ਕਿਸਮ ਦੇ ਵਿਵਾਦ ਪੈਦਾ ਹੋਏ। ਬਾਅਦ ਦੇ ਵਿੱਚ ਉਹ ਕਹਿੰਦਾ ਇਹ ਤਾਂ ਇਮਿਊਨਿਟੀ ਨੂੰ ਸਟਰੋਂਗ ਕਰਨ ਵਾਲੀ ਦਵਾਈ ਆ। ਘੁੰਮ ਕੇ ਤਾਂ ਬਸ ਉਰੀ ਵਾਂਗੂ ਕਦੇ ਐ ਨੂੰ ਹੋ ਜਾਣਾ, ਕਦੇ ਐ ਨੂੰ ਹੋ ਜਾਣਾ। ਗੱਲ ਫਿਰ ਉੱਥੇ ਆ ਜਾਂਦੀ ਹੈ ਵੀ ਲੋਕਾਂ ਨੂੰ ਇਸ ਵਕਤ ਪੁਤਲਾਵੇ ਦੇ ਵਿੱਚ ਨਹੀਂ ਆਉਣਾ ਚਾਹੀਦਾ। ਜੇ ਲੋਕ ਅੱਗੋਂ ਇਹ ਗੱਲ ਕਹਿ ਦੇਣੀ, ਜੇਕਰ ਸਿਰ ਤੋਂ ਕਾਮਯਾਬ ਹੋਣ ਉਹ ਕਹਿ ਦੇਣ ਵੀ ਚਲੋ ਕੋਈ ਗੱਲ ਨਹੀਂ, ਫਿਰ ਜਦੋਂ ਟੀਕਾ ਆ ਗਿਆ ਉਦੋਂ ਹੀ ਵੋਟਾਂ ਪਾਵਾਂਗੇ, ਤੇ ਫਿਰ ਇਹ ਕਿਹੜੇ ਪਾਸੇ ਜਾਣਗੇ ਜੀ? ਬਿਲਕੁਲ। ਸੋ ਕਰੋਨਾ ਵੈਕਸੀਨ ਦੇ ਨਾਮ ਦੇ ਉੱਪਰ ਜੋ ਇਹ ਚੋਣਾਂ ਬਿਹਾਰ ਦੇ ਵਿੱਚ ਲੜੀਆਂ ਜਾ ਰਹੀਆਂ ਨੇ, ਕਿਤੇ ਨਾ ਕਿਤੇ ਇਹਦੀ ਕਾਫੀ ਨਿੰਦਾ ਹੋ ਰਹੀ ਹੈ। ਵਿਰੋਧੀ ਪਾਰਟੀਆਂ ਵੀ ਮੋਦੀ ਸਰਕਾਰ ਨੂੰ ਘੇਰਦੀਆਂ ਨਜ਼ਰ ਆ ਰਹੀਆਂ ਨੇ ਕਿ ਇੱਕ ਮਹਾਮਾਰੀ ਫੈਲ ਚੁੱਕੀ ਹੈ ਤੇ ਜੇਕਰ ਉਸ ਦਾ ਇਲਾਜ ਸਾਹਮਣੇ ਆਂਦਾ ਹੈ ਤੇ ਤੁਸੀਂ ਸਿਰਫ ਉਹਨਾਂ ਲੋਕਾਂ ਨੂੰ ਉਸ ਦਾ ਇਲਾਜ ਦੇਣਾ ਚਾਹੋਗੇ ਜਿਹੜੇ ਤੁਹਾਡੇ ਪੱਖ 'ਚ ਹੈ, ਤੇ ਜਿਹੜੇ ਤੁਹਾਡੇ ਵਿਰੋਧ ਦੇ ਵਿੱਚ ਹੈ ਉਹ ਫਿਰ ਟੈਣਾ ਸਾਹਿਬ ਭਾਵੇਂ ਮਰਦੇ ਨੇ ਤੇ ਮਰਨ। ਨਾਲੇ ਕੇਂਦਰ ਦੇ ਵਿੱਚ ਕਿਹਦੀ ਸਰਕਾਰ ਆ? ਕੇਂਦਰ ਦੇ ਵਿੱਚ ਵੀ ਤਾਂ ਬੀਜੇਪੀ ਦੀ ਸਰਕਾਰ ਆ। ਸਾਰੇ ਭਾਰਤ ਦੇ ਟੀਕਾ ਲਾਓ। ਤੁਸੀਂ ਸਭ ਤੋਂ ਪਹਿਲਾਂ ਵੈਕਸੀਨ ਦਾ ਪ੍ਰਬੰਧ ਕਰੋ, ਤੁਸੀਂ ਪੂਰੇ ਦੇਸ਼ ਦੇ ਟੀਕਾ ਲਵਾਓ। ਇਹਦਾ ਮਤਲਬ ਤਾਂ ਇਹ ਹੋਇਆ ਵੀ ਜੇਕਰ ਟੀਕਾ ਆ ਗਿਆ ਪਹਿਲਾਂ ਬਿਹਾਰ ਦੇ ਲਾਵਾਂਗੇ, ਪੰਜਾਬ 'ਚ ਸਰਕਾਰ ਹੈ ਨਹੀਂ, ਭਾਵੇਂ ਸਾਰਾ ਪੰਜਾਬ ਮਰ ਜੇ। ਇਹਦਾ ਉੱਤਰ ਤਾਂ ਇਹ ਹੋਇਆ ਨਾ। ਸੋ ਇਸ ਕਰਕੇ ਇਹ ਤਾਂ ਹੈ ਨਹੀਂ ਵੀ ਭਾਈ ਕੋਈ ਹੋਰ ਸਰਕਾਰ ਬਣ ਗਈ ਆ, ਇਹ ਤਾਂ ਹੈ ਨਹੀਂ ਵੀ ਬਸਪਾ ਦੀ ਸਰਕਾਰ ਹੈਗੀ ਕੇਂਦਰ ਦੇ ਵਿੱਚ ਜਾਂ ਕਾਂਗਰਸ ਦੀ ਆ, ਉੱਥੇ ਵੀ ਤੁਹਾਡੀ ਆ। ਤੁਸੀਂ ਸਾਰੇ ਦੇਸ਼ ਨੂੰ ਇੱਕ ਅੱਖ ਨਾਲ ਦੇਖੋ। ਮੈਂ ਹੈਰਾਨ ਹੁੰਨਾ, ਸਰਜੀਕਲ ਸਟ੍ਰਾਈਕ ਦੇ ਨਾਂ ਤੇ ਚੋਣਾਂ ਲੜੀਆਂ ਜਾਂਦੀਆਂ।
ਇੱਥੇ ਜੀ ਚੀਨ ਨੂੰ ਸਬਕ ਸਿਖਾ ਦਿਆਂਗੇ ਤੇ ਚੋਣਾਂ ਲੜੀਆਂ ਜਾਂਦੀਆਂ, ਇੱਥੇ ਜੀ ਪਾਕਿਸਤਾਨ ਨੂੰ ਸਿੱਧਾ ਕਰ ਦਿਆਂਗੇ ਚੋਣਾਂ ਲੜੀਆਂ ਜਾਂਦੀਆਂ, ਹੁਣ ਕਰੋਨਾ ਦੇ ਨਾਂ ਦੇ ਉੱਤੇ ਵੀ ਚੋਣਾਂ ਲੜੀਆਂ ਜਾ ਰਹੀਆਂ ਜੀ ਬਿਲਕੁਲ। ਸੋ ਲਗਾਤਾਰ ਜੋ ਬਿਹਾਰ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਤੇ ਉਸ ਵਿੱਚ ਜੋ ਵਾਅਦੇ ਕੀਤੇ ਜਾ ਰਹੇ ਨੇ ਉਸ ਨੂੰ ਲੈ ਕੇ ਮੋਦੀ ਸਰਕਾਰ ਆਪਣੇ ਹੀ ਜਾਲ ਦੇ ਵਿੱਚ ਖੁਦ ਹੀ ਜੋ ਉਲਝਦੀ ਹੋਈ ਨਜ਼ਰ ਆ ਰਹੀ ਹੈ। ਇਸ ਵਿੱਚ ਟਾਣਾ ਸਾਹਿਬ ਇੱਕ ਸਮੇਂ ਦੀ ਨਜ਼ਾਕਤ ਨੂੰ ਵੇਖਦੇ ਹੋਏ ਜ਼ਰੂਰੀ ਖਬਰ ਕਿ ਬੀਤੇ ਦਿਨ ਇੱਕ ਖਬਰ ਸਾਹਮਣੇ ਆਈ ਸੀ ਕਿ ਪੰਜਾਬੀ ਮਸ਼ਹੂਰ ਗਾਇਕ ਕੇਦੀਪ ਹੋਰਾਂ ਦਾ ਦੇਹਾਂਤ ਹੋ ਗਿਆ। ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਵੱਡੇ ਕਲਾਕਾਰ ਸੀ ਤੇ ਉਹਨਾਂ ਦੇ ਜਾਣ ਦੇ ਉੱਤੇ ਬੇਹੱਦ ਦੁੱਖ ਹੈ। 80 ਸਾਲ ਦੀ ਉਮਰ ਦੇ ਵਿੱਚ ਕੁਲਦੀਪ ਸਿੰਘ ਉਰਫ ਕੇਦੀਪ ਸਾਹਿਬ ਨੇ ਜਿਹੜੇ, ਜਿਨ੍ਹਾਂ ਦੀ ਘਰਵਾਲੀ ਜਗਮੋਹਨ ਕੌਰ ਉਹ ਜਹਾਨੋਂ ਪਹਿਲਾਂ ਕੂਚ ਕਰ ਗਏ ਸੀ ਤੇ ਇਹਨਾਂ ਦੀ ਮੌਤ ਆ ਜਿਹੜੀ ਕੇਦੀਪ ਸਾਹਿਬ ਦੀ ਕੱਲ ਹੋਈ ਹੈ ਤੇ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਭਾਰਤੀ ਸਮੇਂ ਦੇ ਮੁਤਾਬਕ ਸ਼ਾਮ ਦੇ ਵੇਲੇ ਲੁਧਿਆਣੇ ਦੇ ਮਾਡਲ ਟਾਊਨ ਐਕਸਟੈਂਸ਼ਨ ਦੇ ਸ਼ਮਸ਼ਾਨ ਘਾਟ ਦੇ ਵਿੱਚ ਇਹਨਾਂ ਦਾ ਸੰਸਕਾਰ ਕੀਤਾ ਜਾਣਾ। ਕੇਦੀਪ ਹੋਰਾਂ ਨੂੰ ਮੈਂ ਬਹੁਤ ਵਾਰ ਮਿਲਿਆ। ਉਹਨਾਂ ਦੀ ਅਦਾਇਗੀ, ਉਹਨਾਂ ਦੀ ਫਰਾਟੇਦਾਰ ਅੰਗਰੇਜ਼ੀ, ਉਹਨਾਂ ਦੀ ਠੇਠਤਾ ਪੰਜਾਬੀ ਦੀ ਮੈਨੂੰ ਬੜਾ ਪ੍ਰਭਾਵਿਤ ਕਰਦੀ ਹੁੰਦੀ ਸੀ। ਉਹ ਇਹੋ ਜਿਹੇ ਗਾਇਕ ਸੀ ਜਿਨ੍ਹਾਂ ਨੇ ਕਾਮੇਡੀ ਦਾ ਇੱਕ ਨਵਾਂ ਦੌਰ ਸ਼ੁਰੂ ਕੀਤਾ ਸੀਗਾ, ਮਾਈ ਮੋਹਣੋ ਤੇ ਪੋਸਤੀ ਦੇ ਕਿਰਦਾਰ ਦੇ ਵਿੱਚ ਆ ਕੇ ਬਹੁਤ ਕਮਾਲ ਦੀਆਂ ਗੱਲਾਂ ਉਹ ਕਰਦੇ ਹੁੰਦੇ ਸੀਗੇ। ਬੜਾ ਕਰਾਰਾ ਪੂਦਨਾ ਉਹਨਾਂ ਦਾ ਅੱਜ ਤੱਕ ਗੀਤ ਆ ਜਿਹੜਾ ਉਹ ਸਦਾ ਬਹਾਰ ਆ। ਜੇ ਆਪਾਂ ਗੱਲ ਕਰਦੇ ਬਾਬਾ ਵੇ ਕਲਾ ਮਰੋੜ, ਉਸ ਗਾਣੇ ਦੀ ਕਿਆ ਬਾਤ ਆ। ਬਾਪੂ ਵੇ ਮੈਂ ਅੱਡ ਹੁੰਨੀ ਆ, ਇਹਦੀ ਕਿਆ ਬਾਤ ਆ। ਘੜਾ ਵੱਜਦਾ, ਘੜੋਲੀ ਵੱਜਦੀ, ਇਹਨਾਂ ਗਾਣਿਆਂ ਦੀ ਕਿਆ ਬਾਤ ਆ। ਸੋ ਕੇਦੀਪ ਸਾਹਿਬ ਹੋਰਾਂ ਦੇ ਜਾਣ ਦੇ ਉੱਤੇ ਬਹੁਤ ਦੁੱਖ ਹੋਇਆ। ਇਹਨਾਂ ਦੀ ਧੀ ਰਾਣੀ ਹੈ ਜਿਹੜੀ ਕੈਨੇਡਾ ਦੇ ਵਿੱਚ ਰਹਿੰਦੀ ਹੈ ਤੇ ਉਹ ਆ ਕੇ ਇੱਥੇ ਪੰਜਾਬ ਦੇ ਵਿੱਚ ਆਪਣੇ ਬਾਪ ਦੀ ਸੇਵਾ ਕਰਦੀ ਸੀ। ਪਿਛਲੇ ਕੁਝ ਕੁ ਸਮੇਂ ਦੇ ਵਿੱਚ ਇਹਨਾਂ ਦੇ 2 ਆਪਰੇਸ਼ਨ ਬੜੇ ਵੱਡੇ ਹੋਏ ਸੀਗੇ। ਕੇਦੀਪ ਸਾਹਿਬ ਦੀ ਮੌਤ ਦੀ ਖਬਰ ਕੁਝ ਕੁ ਮਹੀਨੇ ਪਹਿਲਾਂ ਫੈਲੀ ਸੀ, ਪਰ ਉਹ ਅਫਵਾਹ ਸੀ। ਜਦੋਂ ਕੱਲ ਖਬਰ ਆਈ ਜੀ ਕਿ ਇਹਨਾਂ ਦੀ ਮੌਤ ਹੋ ਗਈ, ਮੇਰੇ ਮਨ ਦੇ ਵਿੱਚੋਂ ਇੱਕ ਆਵਾਜ਼ ਨਿਕਲੀ ਵੀ ਰੱਬ ਕਰੇ ਅੱਜ ਵੀ ਅਫਵਾਹ ਹੋਵੇ, ਪਰ ਕੱਲ ਅਫਵਾਹ ਨਹੀਂ ਸੀ, ਕੱਲ ਇਹ ਗੱਲ ਸੱਚੀ ਹੋ ਗਈ। ਸੋ ਬਹੁਤ ਵੱਡੇ ਕਲਾਕਾਰ ਸੀ। ਇਹੋ ਜਿਹੇ ਕਲਾਕਾਰਾਂ ਦੀ ਬਹੁਤ ਲੋੜ ਆ ਜਿਹੜੇ ਜਜ਼ਬੇ ਵਾਲੇ ਆ। ਅੱਜ ਦੇ ਗਾਣੇ ਨੂੰ ਤੁਸੀਂ ਇੱਕ ਵਾਰੀ ਸੁਣੋ ਨਾ, 2 ਵਾਰੀ ਸੁਣੋ, ਤੀਜੀ ਵਾਰੀ ਇਉਂ ਲੱਗਦਾ ਵੀ ਜਿਵੇਂ ਕੰਨਾਂ ਤੇ ਥੋੜੇ ਵੱਜਦੇ ਆ। ਪਰ ਇਹਨਾਂ ਦੇ ਗਾਣੇ ਜਾਂ ਇਸ ਪੂਰ ਦੇ ਗਾਣੇ ਜਿਹੜੇ ਸਾਡੇ ਸੀਨੀਅਰ ਕਲਾਕਾਰ ਸੀ, ਉਹਨਾਂ ਨੂੰ ਜਿੰਨੇ ਵਾਰੀ ਮਰਜ਼ੀ ਸੁਣੀ ਜਾਗੇ ਐਂ ਲੱਗਦਾ ਵੀ ਤਰੋ ਤਾਜ਼ਾ ਹੋ ਗਏ ਆ, ਅਸੀਂ ਫਰੈਸ਼ ਹੋ ਗਏ ਆ। ਸੋ ਬਹੁਤ ਦੁੱਖ ਹੋਇਆ ਕੇਦੀਪ ਸਾਹਿਬ ਦੇ ਜਾਣ ਤੇ। ਜੀ ਬਿਲਕੁਲ, ਕੇਦੀਪ ਸਾਹਿਬ ਹੋਰਾਂ ਦੇ ਜਾਣ ਤੇ ਪੰਜਾਬੀ ਜੋ ਗਾਇਕੀ ਜਗਤ ਨੂੰ ਵੱਡਾ ਘਾਟਾ ਪਿਆ, ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਸੋ ਸਮੇਂ ਦੀ ਨਜ਼ਾਕਤ ਨੂੰ ਵੇਖਦੇ ਹੋਏ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ ਫਿਰ ਰੂਬਰੂ ਹੋਵਾਂਗੇ ਪ੍ਰੋਗਰਾਮ ਖਬਰਾਂ ਦੇ ਆਰ ਪਾਰ ਲੈ ਕੇ। ਹੁਣ ਮੈਨੂੰ ਪਰਮਜੀਤ ਕੌਰ ਸਾਨੀਆ ਤੇ ਸੀਨੀਅਰ ਪੱਤਰਕਾਰ ਸੁਨ ਸਿੰਘ ਟਾਣਾ ਜੀ ਨੂੰ ਦੇ ਇਜਾਜ਼ਤ। ਤੁਸੀਂ ਵੇਖਦੇ ਰਹੋ ਅਜੀਤ ਵੈਬ ਰਿਵਿਊ। ਧੰਨਵਾਦ।